नहीं जी वो तो भैन जी आपका बहुत ही अच्छी सारे आलोचक ने मैं दसूंगा हाँ ये ना ये तो बैठो ये तो कुछ भी होना अच्छा तो एक बार भी किधर बताना है शेर अजय जी बेईमानी जहान ते जोर पागी भाई भाइयों से दगा कमा जाते उत्तों मिठिया मिठिया करन गल्लां ਉਹ ਵਿੱਚੋਂ ਡੂੰਘੀਆਂ ਨਸਤਰਾਂ ਲਾ ਜਾਂਦੇ ਰਹੇ ਲੁਕੇ ਲੋਕ ਵੇਚ ਕੇ ਰੱਬ ਨੂੰ ਖਾ ਜਾਂਦੇ ਇਹ ਸਾਡੇ ਸਰਦਾਰਨੀ ਮੈਂ ਸਰਦਾਰਨੀਆਂ ਭਾਈ ਨੂੰ ਪਸੰਦ ਆਵੇ ਨਾ ਆਵੇ ਸਾਨੂੰ ਪਸੰਦ ਹੈ ਕਿ ਜ਼ਿੰਦਗੀ ਦਾ ਜੀ ਭਾਈਆਂ ਨਾਲ ਹੀ ਵੱਡੇ ਨਾ ਹੁੰਦੇ ਇਕੱਲੇ ਵੇ ਐਸੀ ਕਰ ਸਰਪੰਚੀ ਹੋ ਜੇ ਇਕੱਲੇ ਭਾਈਆਂ ਨਾਲ ਹੀ ਵੱਡੇ ਨਾ ਹੁੰਦੇ ਇਕੱਲੇ ਵੇ ਭਾਈਆਂ ਨਾਲ ਹੀ ਵੱਡੇ ਨਾ ਹੁੰਦੇ ਇਕੱਲੇ ਵੇ ਐਸੀ ਕਰ ਸਰਪੰਚੀ ਹੋ ਜੇ ਬੱਲੇ ਬੱਲੇ ਵੇ ਐਸੀ ਕਰ ਸਰਪੰਚੀ ਹੋ ਜੇ ਬੱਲੇ ਬੱਲੇ ਵੇ ओ पिंडी पिंडी पक्की करके चीटी रोड बनाता नी हर मोड़ दे उत्ते बट कूलर लाता नी कोना नवाती लाइट में हम वो मेरा नी चंडीगढ़ वांगू लिश्का मारे पिंड हुण तेरा मेरा नी चंडीगढ़ वांगू पीण वाले पानी दी पिंड विच तैं कसर ना छड्डी वे पीण वाले पानी दी पिंड विच कसर ना छड्डी वे डूंगा बोर करा के रखती टैंकी वड्डी वे कोई कदे भी खोले टूटी पानी आऊ बतेरा वे चंडीगढ़ वांगू लिश्का मारे पिंड हुण तेरा मेरा वे चंडीगढ़ वांगू ਬੱਚਿਆਂ ਦੇ ਖੇਡਣ ਲਈ ਪਿੰਡ ਵਿੱਚ ਵਧੀਆ ਸਟੇਡੀਅਮ ਬਣਾਉਣੇ ਨੀ ਵਿੱਚ ਓਲੰਪਿਕ ਜਾ ਕੇ 골ਡ ਮੈਡਲ ਲਿਆਉਣੇ ਨੀ ਹੋ ਕਰਕੇ ਪੂਰੀ ਤਿਆਰੀ ਜਾ ਕੇ ਪਾਉਣਾ ਕੇਰਾ ਨੀ ਚੰਡੀਗੜ੍ਹ ਵਾਂਗੂ ਲਿਸ਼ਕਾ ਮਾਰੇ ਪਿੰਡ ਹੁਣ ਤੇਰਾ ਮੇਰਾ ਨੀ ਚੰਡੀਗੜ੍ਹ ਵਾਂਗੂ ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਹੁੰਦੀ ਰੋਜ਼ ਸਫਾਈ ਵੇ ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਹੁੰਦੀ ਰੋਜ਼ ਸਫਾਈ ਵੇ ਆਥਣ ਵੇਲੇ ਛਿੜਕਦੇ ਮੱਛਰ ਮਾਰ ਦਵਾਈ ਵੇ ਤੈਂ ਕਰਤੀ ਦੂਰ ਬਿਮਾਰੀ ਦਿਲ ਖੁਸ਼ ਕਰਤਾ ਮੇਰਾ ਵੇ ਚੰਡੀਗੜ੍ਹ ਵਾਂਗੂ ਲਿਸ਼ਕਾ ਮਾਰੇ ਪਿੰਡ ਹੁਣ ਤੇਰਾ ਮੇਰਾ ਵੇ ਚੰਡੀਗੜ੍ਹ ਵਾਂਗੂ 20 ਮੰਜਿਆਂ ਦਾ ਹਸਪਤਾਲ ਪਿੰਡ ਵਿੱਚ ਬਣਾਇਆ ਨੀ ਚੰਗੀ ਆਪਣੀ ਕਿਸਮਤ ਡਾਕਟਰ ਵਧੀਆ ਆਇਆ ਨੀ ਹੋ ਕੱਲ ਬਚਾਇਆ ਮਰਦਾ ਪਾਣੇ ਕਾਕੇ ਰਾਣੀ ਚੰਡੀਗੜ੍ਹ ਵਾਂਗੂ ਲਿਸ਼ਕਾ ਮਾਰੇ ਪਿੰਡ ਹੁਣ ਤੇਰਾ ਮੇਰਾ ਨੀ ਚੰਡੀਗੜ੍ਹ ਵਾਂਗੂ 5 ਵਾਰ ਪਰੇ ਕਾਗਜ਼ ਭਾਗੋਂ ਨੂੰ ਪੈਨਸ਼ਨ ਨਾ ਲੱਗੀ ਵੇ ਰਾਸ਼ਰ ਤੂੰ ਬਣਿਆ ਸਰਪੰਚ ਤਾਂ ਪਿੰਡ ਦੀ ਕਿਸਮਤ ਜਾਗੀ ਵੇ ਆ ਕਾਲੀ ਰਾਤ ਤੋਂ ਬਾਅਦ ਹੁੰਦਾ ਇੱਕ ਨਵਾਂ ਸਵੇਰਾ ਵੇ ਚੰਡੀਗੜ੍ਹ ਵਾਂਗੂ ਲਿਸ਼ਕਾ ਮਾਰੇ ਪਿੰਡ ਹੁਣ ਤੇਰਾ ਮੇਰਾ ਵੇ ਚੰਡੀਗੜ੍ਹ ਵਾਂਗੂ ਲਿਸ਼ਕਾ ਮਾਰੇ ਪਿੰਡ ਹੁਣ ਤੇਰਾ ਮੇਰਾ ਵੇ ਚੰਡੀਗੜ੍ਹ ਵਾਂਗੂ ਲਿਸ਼ਕਾ ਮਾਰੇ ਪਿੰਡ ਹੁਣ ਤੇਰਾ ਮੇਰਾ ਵੇ ਚੰਡੀਗੜ੍ਹ ਵਾਂਗੂ ਧੰਨਵਾਦ ਹੋਰ ਕਰ ਲਓ ਸੱਚ ਮੈਂ ਨਹੀਂ ਕਰਨੀ ਸੀ ਉਹਨਾਂ ਨੇ ਕਰਨੀ ਸੀ ਥੋੜੀ ਬਲਵਿੰਦਰ ਬਾਰੇ ਤੇ ਬਾਅਦ ਚ ਕਰ ਲਈਏ जो रहते दूर समझो जो रहते दूर
ਕਿਤਾਬਾਂ ਤੋਂ ਅੱਜ ਦੀ ਪੀੜ੍ਹੀ ਨੂੰ ਕੀ ਕਹੀਏ, ਕਿਉਂ ਰਹਿੰਦੀ ਏ ਭੁੱਲ ਕਿਤਾਬਾਂ ਤੋਂ। ਇੰਟਰਨੈਟ ਨੇ ਮਤ ਹੈ, ਇੰਟਰਨੈਟ ਨੇ ਮਤ ਹੈ, ਮਾਰ ਛੁਪੀ ਸਦਾ ਰਹਿੰਦੀ ਏ ਭੁੱਲ ਕਿਤਾਬਾਂ ਤੋਂ। ਖਾਲੀ ਕੜੇ ਦੇ ਵਾਂਗੂ ਨੇ ਰਹਿੰਦੇ, ਪਰ ਮਿਲਦਾ ਹੈ ਨੂਰ ਕਿਤਾਬਾਂ ਤੋਂ। ਦੁਨੀਆ ਦੇ ਵਿੱਚ, ਜੇ ਦੁਨੀਆ ਦੇ ਵਿੱਚ ਨਾ ਕਰਨਾ ਪਰ ਲਵੋ ਰਜਪੂਰ ਕਿਤਾਬਾਂ ਤੋਂ। ਪੜੋ ਨਾਨਕ ਫਰੀਦ ਤੇ ਬੁੱਲਾ, ਪਈ ਪੜੋ ਨਾਨਕ ਫਰੀਦ ਤੇ ਬੁੱਲਾ, ਗਿਆਨ ਮਿਲੂ ਭਰਪੂਰ ਕਿਤਾਬਾਂ ਤੋਂ। ਕਰੋ ਪਿਆਰ ਕਰੋ ਦਿਨ ਰਾਤੀ, ਕਰੋ ਪਿਆਰ ਕਰੋ ਦਿਨ ਰਾਤੀ, ਸਰਸਵਤੀ ਮਿਲੂ ਜ਼ਰੂਰ ਕਿਤਾਬਾਂ ਤੋਂ। ਹੱਕ ਸੱਚ ਲਈ ਜੇ ਹੈ ਲੜਨਾ, ਕੋਈ ਹੱਕ ਸੱਚ ਲਈ ਜੇ ਹੈ ਲੜਨਾ, ਤੂੰ ਸੰਘਰਸ਼ਾਂ ਨੂੰ ਬੋਲ ਕਿਤਾਬਾਂ ਤੋਂ। ਮੁਬਾਰਕਪੁਰੀ ਦਾ ਤੁਹਾਨੂੰ, ਮੁਬਾਰਕਪੁਰੀ ਦਾ ਤੁਹਾਨੂੰ ਹੈ ਕਹਿਣਾ, ਮੁਬਾਰਕਪੁਰੀ ਦਾ ਤੁਹਾਨੂੰ ਹੈ ਕਹਿਣਾ, ਮਿਲੂ ਜਗ ਦਾ ਨੂਰ ਕਿਤਾਬਾਂ ਤੋਂ। ਮਿਲੂ ਜਗ ਦਾ ਨੂਰ ਕਿਤਾਬਾਂ ਤੋਂ। ਸਰਦਾਰ ਸੁੰਦਰ ਸਿੰਘ ਜੀ ਛੋਟੀ ਹੋਰਾਂ ਬਾਰੇ ਚਰਨ ਕਹਿਣ ਦੀ ਦੱਸਣਗੇ, ਕਿਉਂਕਿ ਇਹਨਾਂ ਦੇ ਬਚਪਨ ਦੇ ਸਾਥੀ ਸਭ ਜਿੰਦਰ ਸਿੰਘ ਛੋਟੀ ਸੇ ਜਾਣ ਪਛਾਣ ਦਾ ਹੁੰਦਾ, ਪਰ ਜਿਹੜੀ ਜਾਣ ਪਛਾਣ ਨੂੰ ਮੈਂ ਕਰਾਉਣ ਜਾ ਰਿਹਾ ਉਹਦੇ ਬਾਰੇ ਸ਼ਾਇਦ ਸਾਡੇ ਪਿੰਡ ਦੇ ਜਿਹੜੇ ਕੁਝ ਬੰਦੇ ਆ ਉਹਨਾਂ ਤੋਂ ਦਾ ਸਹੀ। ਇਸ ਘਰ ਨਾਲ ਪਿੰਡ ਬਹੁਤ ਵੱਡਾ, ਸਾਰਾ ਵੱਡਾ ਪਿੰਡ ਹੁੰਦਾ, ਪਰ ਕੁਝ ਘਰਾਂ ਨਾਲ ਸਾਡੀ ਦਿਲੀ ਸਾਂਝ ਹੁੰਦੀ ਹੈ। ਜਾਂ ਅੱਜ ਕੱਲ੍ਹ ਅਸੀਂ ਇਹ ਕਹਿੰਦੇ ਨੇ ਕਿ ਬਹੁਤ ਨੇੜੇ ਦਾ ਰਿਸ਼ਤਾ ਇਹਨਾਂ ਨਾਲ ਜੁੜਿਆ ਸੀਗਾ। ਮੇਰਾ ਇਹ ਪਰਿਵਾਰ ਨਾਲ ਸੀਗਾ। ਗੁਰਬਚਨ ਸਿੰਘ ਜੀ ਸੋਢੀ ਪਹਿਲਾਂ ਫੌਜ ਸੀਗੇ ਤੇ ਫਿਰ ਉਹ ਬਿਜਲੀ ਬੋਰਡ ਦੇ ਵਿੱਚ ਆ ਗਏ। ਉਹਨਾਂ ਨੇ ਜ਼ਿਆਦਾ ਸਰਵਿਸ ਨਾਭੇ ਤੇ ਸਰੂਰ ਕੀਤੀ ਹੈ, ਧੂਰੀ ਵੀ ਰਹੇ ਨੇ। ਇਸ ਤੋਂ ਬਾਅਦ ਇਹਨਾਂ ਨੇ ਵੀ ਪੜ੍ਹਾਈ ਉਹਨਾਂ ਦੇ ਨਾਲ ਨਾਲ ਜਿੱਥੇ ਬਦਲੀ ਹੁੰਦੀ ਸੀ ਉੱਥੇ ਚਲੇ ਜਾਂਦੇ ਸੀ, ਉਹਨਾਂ ਸਕੂਲਾਂ ਦੇ ਵਿੱਚ ਹੀ ਦਾਖਲ ਹੁੰਦੇ ਸੀਗੇ, ਉੱਥੇ ਹੀ ਆਪਦੀ ਐਜੂਕੇਸ਼ਨ ਲਈ ਇਹਨਾਂ ਨੇ। ਕਿਉਂਕਿ ਮੈਂ ਜਿਹੜੀ ਖਾਸੀਅਤ ਇਹਨਾਂ ਦੇ ਵਿੱਚ ਬਚਪਨ 'ਚ ਦੇਖੀ, ਇਹ ਬਾਕੀ ਭਰਾਵਾਂ ਨਾਲੋਂ ਕੁਝ ਵੱਖਰੇ ਵੱਖਰੇ ਹੋ ਕੇ ਚੱਲਦੇ ਸੀ। ਉਹ ਵੱਖਰਾਪਣ ਕੀ ਸੀਗਾ? ਇਹ ਕਾਗਜ਼ ਦੇ ਉੱਤੇ ਲਾਈਨਾਂ ਮਾਰੀ ਜਾਂਦੇ, ਫੋਟੋਆਂ ਬਣਾਈ ਜਾਂਦੇ। ਸਭ ਤੋਂ ਵੱਡੀ ਰੁਚੀ ਜਿਹੜੀ ਮੈਂ ਦੇਖੀ ਨਾ, ਮਿੱਟੀ ਗੁੰਨ ਲੈਂਦੇ। ਇਹ ਮਿੱਟੀ ਗੁੰਨ ਕੇ ਇਹਦੀਆਂ ਮੂਰਤੀਆਂ ਬਣਾਉਣ ਲੱਗ ਜਾਂਦੇ ਛੋਟੇ ਹੁੰਦੇ। ਕਿਉਂਕਿ ਮੈਂ ਵੀ ਇਹਨਾਂ ਤੋਂ ਕੁਝ ਵੱਡਾ ਸੀਗਾ, ਮੈਨੂੰ ਪਤਾ ਸੀ ਉਦੋਂ ਵੀ ਇਹ ਕੁਛ ਨਾ ਕੁਛ ਜ਼ਰੂਰ ਇਹ ਕਿਸੇ ਖੇਤਰ ਦੇ ਵਿੱਚ ਬੰਦਾ ਕਾਮਯਾਬ ਹੋ। ਕਿਉਂਕਿ ਪੰਜਾਬੀ ਦੀ ਕਹਾਵਤ ਹੈ ਵੀ ਹੋਣਹਾਰ ਬਿਰਬਾ ਦੇ ਚਿਕਨੇ ਚਿਕਨੇ ਪਾਰ। ਇਹ ਕਹਾਵਤਾਂ ਜਿਹੜੀਆਂ ਬਣੀਆਂ ਨੇ ਐਵੇਂ ਨਹੀਂ ਬਣੀਆਂ ਹੋਈਆਂ। ਜਿਉਂ ਜਿਉਂ ਇਹ ਵੱਡੇ ਹੁੰਦੇ ਗਏ ਤੇ ਆਪੇ ਸ਼ੌਕ ਨੂੰ ਨਾਲ ਬਰਕਰਾਰ ਰੱਖਦੇ ਗਏ। ਇਹ ਪਿੰਡੋਂ ਛੱਡ ਕੇ ਦਿੱਲੀ ਚਲੇ ਗਏ। ਦਿੱਲੀ ਇਹਨਾਂ ਨੇ ਆਪਦਾ ਅਧਿਆਪਨ ਖੇਤਰ ਚੁਣਿਆ। ਇਹਨਾਂ ਦੀ ਧਰਮ ਪਤਨੀ ਵੀ ਟੀਚਰ ਸੀ ਤੇ ਉੱਥੇ ਵੀ ਇਹ ਟਿਕੇ ਨਹੀਂ ਬੈਠੇ। ਮੈਂ ਜਦੋਂ ਕਿਸੇ ਲੇਖਕ ਦਾ ਨਾਂ ਲੈਂਦਾ ਸੀ ਉੱਥੇ ਦਿੱਲੀ, ਤਾਂ ਉਹ ਕਹਿੰਦਾ ਯਾਰ ਉਹ ਤਾਂ ਮੈਨੂੰ ਜਾਣਦਾ, ਕਿਉਂਕਿ ਜਾਣੂ ਤਾਂ ਜੇ ਅਸੀਂ ਘਰੋਂ ਬਾਹਰ ਨਿਕਲਣਾ।
ਬਲਵੀਰ ਮਾਧੋਪੁਰੀ ਦੀ ਗੱਲ ਕੀਤੀ ਮੈਂ, ਤੇ ਬਲਵੀਰ ਮਾਧੋਪੁਰੀ ਕਹਿੰਦਾ ਮੈਂ ਜਾਣਦਾ ਉਹਨਾਂ ਨੂੰ, ਬਲਵਿੰਦਰ ਸੋਢੀ ਨੂੰ, ਕਹਿੰਦਾ ਬਹੁਤ ਸਰਗਰਮ ਨੇ। ਜਦੋਂ ਇਹਨਾਂ ਕੋਲੇ ਗੱਲ ਕੀਤੀ ਕਹਿੰਦਾ ਹਾਂ ਉਹ ਤਾਂ ਮੇਰੇ ਬਹੁਤ ਵਧੀਆ ਮਿੱਤਰ ਨੇ। ਉਹਦੀ ਬਲਵੀਰ ਮਾਧੋਪੁਰੀ ਦੀ ਪਹਿਲੀ ਕਿਤਾਬ ਦੇ ਉੱਤੇ ਉਹਨੂੰ ਨਾਮ ਮਿਲਿਆ ਸੀ। ਕਿਉਂਕਿ ਜਦੋਂ ਆਪਾਂ ਅਕਸਰ ਕਰਦੇ ਹੁੰਦੇ ਹਾਂ ਵੀ ਕੀ ਹਾਲ ਹੈ ਬੱਚਿਆਂ ਦਾ, ਕਹਿੰਦਾ ਮਾੜਾ ਹਾਲ ਹੈ, ਕਹਿੰਦਾ ਮਾੜੀ ਸੁਸਾਇਟੀ 'ਚ ਪੈ ਗਈ। ਕਿਉਂਕਿ ਸੁਸਾਇਟੀ ਹੈ ਜਿਹੜੀ ਸਮਾਜਿਕ ਸਿੱਖਿਆ ਹੈ, ਸੋਸ਼ਲ ਐਜੂਕੇਸ਼ਨ ਹੈ, ਜਾਂ ਤਾਂ ਘਰ ਤੋਂ ਮਿਲਦੀ ਹੈ ਜਾਂ ਆਪਣੇ ਦੋਸਤਾਂ ਮਿੱਤਰਾਂ ਤੋਂ ਸੁਸਾਇਟੀ ਤੋਂ ਮਿਲਦੀ ਹੈ। ਇਹਨਾਂ ਦੀ ਸੁਸਾਇਟੀ ਬਹੁਤ ਵਧੀਆ ਹੋ ਗਈ, ਤੇ ਜੇ ਸੁਸਾਇਟੀ ਵਧੀਆ ਸੀ ਤਾਂ ਹੀ ਅਸੀਂ ਇੱਥੇ ਤੱਕ ਇਹਨਾਂ ਨੂੰ ਸਭ ਕੀਤਾ ਨਾ। ਜਿਹੜੀਆਂ ਇਹਨਾਂ ਨੇ ਪਿੰਡ ਬਾਰੇ ਦੱਸਿਆ, ਪਹਿਲਾਂ ਪਿੰਡ ਬਾਰੇ ਇੰਨਾ ਜੁੜੇ ਹੋਏ ਨੇ ਪਿੰਡ ਦੇ ਨਾਲ। ਮੈਨੂੰ ਪਤਾ ਹੈ ਵੀ ਜਦੋਂ ਅਸੀਂ ਪਿੰਡ ਕਈ ਵਾਰੀ ਇਕੱਠੇ ਹੋਏ ਜਾਂਦੇ, ਕਈ ਵਾਰੀ ਮੈਨੂੰ ਫੋਨ ਕਰ ਦਿੰਦੇ ਨੇ ਵੀ ਚੱਲ ਜੀ ਮੈਂ ਪਿੰਡ ਆ ਰਿਹਾ, ਜਾਂ ਮੈਨੂੰ ਪਿੰਡ ਦੀ ਫੋਟੋ ਖਿੱਚ ਕੇ ਭੇਜ, ਮੈਂ ਕਿਤਾਬ ਛਾਪਦੇ ਹਾਂ ਕਿਉਂਕਿ ਮੈਂ ਵੀ ਪਿੰਡ ਨਾਲ ਜੁੜਿਆ ਹਾਂ। ਫੋਟੋ ਖਿੱਚ ਕੇ ਭੇਜਣੇ ਕਿਤਾਬ ਪਿੱਛੇ, ਜਿਹਨਾਂ ਨੇ ਪਿੰਡ ਦੀ ਕਿਤਾਬ ਲਿਖੀ, ਉਹ ਕਿਹੜਾ ਬੰਦਾ ਸੀ ਜਿਹਦੇ ਬਾਰੇ ਇਹਨਾਂ ਦੀ ਜਾਣਕਾਰੀ ਨਹੀਂ ਸੀ, ਜਿਹਦੇ ਬਾਰੇ ਇਹਨਾਂ ਦੇ ਵੀ ਦਿੱਤਾ ਹੁੰਦਾ ਸੀ ਸਾਡੇ ਬੱਕਰੀਆਂ ਚਾਰ ਬੰਦ, ਉਹ ਵੀ ਮੈਚ ਨਹੀਂ ਕੀਤਾ, ਉਹ ਵੀ ਉਹਨੇ ਦੇਵੀ ਦਿੱਤੇ ਬਾਰੇ ਵੀ ਲਿਖਿਆ ਜਿਹਦੇ ਬਾਰੇ ਕੋਈ ਨਹੀਂ ਸੀ ਜਾਣਦਾ, ਨਹੀਂ ਉਹ ਗੁੰਮ ਸੀਗਾ। ਹੁਣ ਉਹ ਕਿਤਾਬ ਜਿਹੜੀ ਪਿੰਡ ਦੀ ਕਿਤਾਬ ਸੀ, ਜਿਹੜੀ ਸਾਰੇ ਘਰ ਘਰ ਪਹੁੰਚਾ ਕੇ ਇਹਨਾਂ ਨੇ ਪੜ੍ਹੀ, ਹਰ ਘਰ ਨੂੰ ਇੱਕ ਕਿਤਾਬ ਦਿੱਤੀ ਵੀ ਸਭ ਬੰਦੇ ਨੂੰ ਪਤਾ ਲੱਗ ਜਾਏ ਵੀ ਮੇਰੇ ਬਾਪ ਦਾ ਵੀ ਨਾਮ ਦਿੱਤਾ ਹੈ, ਮੇਰੇ ਭਾਈ ਦਾ ਵੀ ਨਾਮ ਦਿੱਤਾ ਹੈ, ਮੇਰੇ ਫਾਦਰ ਦਾ ਵੀ, ਮੇਰੇ ਭਰਾ ਦਾ, 3 ਭਰਾ ਸੀ, ਸਾਰੇ 4 ਬੰਦੇ ਦੇ ਨਾਮ ਦਿੱਤੇ ਸੀ ਉਸ ਪੁਸਤਕ ਦੇ। ਕਿਉਂਕਿ ਜਦੋਂ ਪਿੰਡ ਨਾਲ ਜਿਹੜਾ ਬੰਦਾ ਜੁੜਿਆ, ਪਿੰਡ ਦੀ ਮਿੱਟੀ ਨਾਲ ਜੁੜੇ ਹੋਏ ਨੇ, ਹਰ ਸਾਲ ਆਉਂਦੇ ਨੇ। ਦੇਖੋ ਸਾਰੇ ਆਪਾਂ ਪੈਨਸ਼ਨਾਂ ਲੈਂਦੇ ਹਾਂ, ਸਾਰੇ ਆਪਾਂ ਕਮਾਉਂਦੇ ਹਾਂ। ਇਹ ਦਿੱਲੀੋਂ ਚੱਲ ਕੇ ਪਿੰਡ ਆਉਂਦੇ ਨੇ, ਬੱਚਿਆਂ ਨੂੰ, ਮਾਸਟਰਾਂ ਨੂੰ ਪੁੱਛਦੇ ਨੇ ਵੀ ਰਿਕੁਆਇਰਮੈਂਟ ਬੱਚਿਆਂ ਦੀ ਕੀ ਹੈ। ਉਹ ਕਹਿੰਦੇ ਜੀ ਵਰਦੀਆਂ ਨਹੀਂ ਹੈਗੀਆਂ, ਸਾਰੇ ਸਕੂਲ ਨੂੰ ਵਰਦੀਆਂ ਦੇ ਜਾਂਦੇ, ਕਾਪੀਆਂ ਨਹੀਂ ਹੈਗੀਆਂ, ਕਾਪੀਆਂ ਦੇ ਜਾਂਦੇ। ਇੱਕ ਵਾਰੀ ਅਸੀਂ ਇਕੱਠੇ ਹੋ ਗਏ, ਸਾਰੇ ਬੱਚਿਆਂ ਨੂੰ ਪਹਿਲੀ ਤੋਂ ਲਾ ਕੇ 8ਵੀਂ ਤੱਕ ਸਕੂਲ ਆ, ਸਾਡੇ ਸਾਰਿਆਂ ਨੂੰ ਬੈਗ ਦੇ, ਕਿਉਂਕਿ ਇਹ ਜਿਹੜੀ ਦੇਣਦਾਰੀ ਆ ਨਾ ਕਿਸੇ ਦੇ ਹਿੱਸੇ ਆਉਂਦੀ ਆ, ਹਰ ਬੰਦੇ ਦੇ ਹਿੱਸੇ ਨਹੀਂ। ਪੈਸੇ ਅਸੀਂ ਸਾਰੇ ਕਮਾਉਂਦੇ ਆ, ਸਾਰਿਆਂ ਦੇ ਮਾਂ-ਬਾਪ ਨੇ ਆਪਣੇ ਮਾਂ-ਬਾਪ ਦਾ ਸਿਰ ਉੱਚਾ ਚੱਕਣ ਵਾਸਤੇ ਕੁਝ ਜਿਹੜੇ ਨੇ, ਹਾਂ ਵੀ ਇਹ ਕਹਿੰਦੇ ਨੇ ਵੀ ਬਲਵਿੰਦਰ ਸਿੰਘ ਥੋੜੀ ਗੁਰਬਚਨ ਸਿੰਘ ਦਾ ਮੁੰਡਾ, ਉਹ ਆਹ ਕਰਕੇ ਗਿਆ ਹਰੇਕ ਵਾਰ। ਭਰਾ ਇਹਨਾਂ ਦੇ ਦੂਜੇ ਵੀ ਹੈਗੇ, ਇਹ ਨਹੀਂ ਹੈਗੀ, ਪਰ ਉਹ ਇਸ ਪਾਸੇ ਨਹੀਂ ਜੁੜੇ ਹੋਏ। ਮੈਂ ਜਿਹੜੀ ਦਿੱਲੀ ਵਾਲੀ ਗੱਲ ਦੱਸਦਾ ਤੁਹਾਨੂੰ ਵੀ ਇਹਨਾਂ ਨੇ ਇੰਨੀਆਂ ਕਿਤਾਬਾਂ ਲਿਖੀਆਂ ਨੇ, ਪਿੰਡ ਬਾਰੇ ਵੀ ਲਿਖੀਆਂ ਨੇ, ਹੋਰ ਵੀ ਲਿਖਿਆ ਨੇ, ਬੱਚਿਆਂ ਵਾਸਤੇ ਕਾਇਦਾ ਵੀ ਲਿਖਿਆ। ਉਹ ਕਹਿੰਦੇ ਜੀ 2-4 ਗਲਤੀਆਂ ਹੋ ਗਈਆਂ, ਇੱਕ ਛਾਪ ਜ਼ਿਆਦਾ ਦਿੱਤਾ ਉਹਨਾਂ ਨੇ, ਪ੍ਰੂਫ ਰੀਡਿੰਗ ਤੇ ਕਿਸੇ ਗਲਤੀ ਹੋ ਗਈ, ਉਹ ਮੈਂ ਲਿਖ ਨਹੀਂ ਆਇਆ। ਹੁਣ 2 ਕਿਤਾਬਾਂ ਹੋਰ ਤਿਆਰ ਨੇ ਇਹਨਾਂ ਦੀ, ਕਿਉਂਕਿ ਅਸੀਂ ਕਹਿੰਦੇ ਹਾਂ ਪਰਮਾਤਮਾ ਨੂੰ ਤੰਦਰੁਸਤੀ ਦੇਵੇ, ਤੇ ਸਭਾ ਸੁਸਾਇਟੀਆਂ ਜਾਂਦੇ ਹਾਂ ਜਦੋਂ, ਉਦੋਂ ਲੋਕ ਯਾਦ ਕਰਦੇ ਨੇ ਵੀ ਹਾਂ ਫਲਾਣਾ ਹੁੰਦਾ ਪਿਆ। ਜਦੋਂ ਕੋਈ ਫੰਕਸ਼ਨ ਕਰਨਾ ਹੁੰਦਾ ਤਾਂ ਵੀ ਉਹ ਨਾਂ ਯਾਦ ਰਹਿੰਦਾ ਵੀ ਉਹ ਫਲਾਣੇ ਬੰਦੇ ਨੂੰ ਯਾਰ ਤੁਸੀਂ ਕਾਰਡ ਭੇਜਤਾ, ਉਹ ਕਹਿੰਦੇ ਹਾਂ ਯਾਰ ਉਹਨੂੰ ਉਹਨਾਂ ਦਾ ਸਭ ਤੋਂ ਪਹਿਲਾਂ ਭੇਜਿਆ। ਕੋਈ ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਜਿਹੜੀਆਂ ਹੈਗੀਆਂ ਇਹ ਸਾਨੂੰ ਸਿਰਜਣੀਆਂ ਚਾਹੀਦੀਆਂ ਨੇ। ਸਾਰੇ ਸਾਹਿਤਕਾਰਾਂ ਨੂੰ, ਦੋਸਤਾਂ ਨੂੰ, ਮਿੱਤਰਾਂ ਨੂੰ ਮੈਂ ਇਹੀ ਬੇਨਤੀ ਕਰਦਾ ਵੀ ਇਹ ਰੋਲ ਮਾਡਲ ਜੇ ਤਿਆਰ ਕਰਨਾ ਹੋਵੇ ਤਾਂ ਤੁਹਾਡੀ ਬਲਵਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਇਹ ਤੁਹਾਨੂੰ ਆਪਣੇ ਆਪ ਸਾਰਾ ਕੁਝ ਦੱਸ ਦੇਣਗੇ। ਮੈਂ ਇੰਨਾ ਕਹਿੰਦਾ ਹਾਂ, ਇਕਮੰਦਾ ਜੱਜਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਪਾਵਨ ਚੰਦਪੁਰੀ ਜੀ ਆਪਣੇ ਵਿਚਾਰ ਪੇਸ਼ ਕਰਦੇ। ਦੋਸਤੋ, ਪੰਚ ਇਹ ਪਹਿਲਾਂ ਵੀ ਆ ਕੇ ਗਏ ਆ ਕਈ ਵਾਰੀ ਬਲਵਿੰਦਰ ਸਿੰਘ। ਮੇਰੀ ਇਹਨਾਂ ਨਾਲ ਜਿਹੜੀ ਜਾਣ ਪਛਾਣ ਆ ਦਿੱਲੀ ਦੇ ਵਿੱਚ ਹੋਈ ਸੀ। ਦਿੱਲੀ 'ਚ ਕੇਂਦਰੀ ਪੰਜਾਬੀ ਲੇਖਕ ਸੇਵਾ ਸਭਾ ਦੇ ਨਾਲ ਸੰਬੰਧਿਤ ਕਈ ਸੁਭਾਵਾਂ ਨੇ, ਜਿਨ੍ਹਾਂ 'ਚੋਂ ਇਸ ਸਭਾ ਦੇ ਵਿੱਚ ਇਹ ਮੈਂਬਰ ਹੈ। ਉੱਥੇ ਸੁਭਾਵਾਂ ਆਪਣੇ ਆਪਣੇ ਸਮਾਗਮ ਕਰਵਾਉਂਦੇ ਰਹਿੰਦੇ ਨੇ, ਅਸੀਂ ਜਾਂਦੇ ਰਹਿੰਦੇ ਹਾਂ ਕੇਂਦਰੀ ਸਭਾ ਤੋਂ। ਉੱਥੇ ਬਲਵਿੰਦਰ ਸਿੰਘ ਦੀ ਸਾਹ ਹੋਈ ਮੇਰੇ ਨਾਲ, ਇਹ ਕਹਿੰਦੇ ਵੀ ਮੈਂ ਤੇਰੇ ਪਿੰਡ ਦਾ ਲੀਡਰੀ ਦਾ, ਉਸ ਤੋਂ ਲੈ ਕੇ ਪਿਛਲੇ 10-15 ਸਾਲ ਹੋ ਗਏ ਹੋਣਗੇ। ਉਸ ਸਮੇਂ ਤੋਂ ਲੈ ਕੇ ਲਗਾਤਾਰ ਅਸੀਂ ਮਿਲਦੇ ਰਹੇ, ਗੱਲਬਾਤ ਹੁੰਦੀ ਰਹੀ ਸਾਡੀ। ਇਹਨੂੰ ਮੈਂ ਕਹਿੰਦਾ ਯਾਰ ਤੁਸੀਂ ਜਦੋਂ ਸਦਰ ਤੁਸੀਂ ਆਉਂ ਜੀ ਸਾਨੂੰ ਦੱਸੋ, ਕਦੇ ਆਪਾਂ ਨੂੰ ਕਰਕੇ ਬਲਵਿੰਦਰ ਦਿੱਲੀ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਪੰਜਾਬੀ ਸਰਕਲਾਂ ਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਥਾਂ ਬਣਾਈ ਹੋਈ ਹੈ। ਇਹਨਾਂ ਨੇ ਇਹ ਅਜੀਤ ਅਖਬਾਰ ਦੇ ਬਹੁਤ ਹੀ ਵਧੀਆ ਉੱਥੇ ਪ੍ਰਤੀਨਿਧ ਦੇ ਤੌਰ 'ਤੇ ਕੰਮ ਕਰ ਰਹੇ ਨੇ। ਉਹਦੇ ਨਾਲ
ਨਾਲ ਜਿਹੜਾ ਇਹਨਾਂ ਨੂੰ ਲਿਖਣ ਦੇ ਖੇਤਰ ਦੇ ਵਿੱਚ ਪਿੱਛੇ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਸਾਹਿਤ ਦੀ ਤੋਂ ਲਿਖਾਈਆਂ ਨੇਗੀਆਂ। ਤੇ ਜਦੋਂ ਪਹਿਲੀ ਵਾਰ ਇਹ ਮੈਨੂੰ ਮਿਲੇ ਸੀ ਉਦੋਂ ਲਿਖਣ ਦੀ ਚੇਤ ਲੱਗੀ ਸੀ ਨਾ, ਇਹ ਕਹਿੰਦੇ ਵੀ ਮੈਂ ਲਿਖਿਆ ਕਿ ਮੁੜ ਜਾਂਦਾ ਕੁੜੀ ਉਹਨਾਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਮੇਰੀ ਗੱਲ 15 ਦੇ ਵੀ ਕਿਤਾਬਾਂ ਤੋਂ ਲਿਖੀ ਦੀ ਹੋ ਗਈ बहुत ਕਿਤਾਬਾਂ लेकिन हेल्प बुक का ज्यादा ਬੁੱਕਾਂ ਜ਼ਿਆਦਾ ਨੇਗੀਆਂ, ਮਤਲਬ ਇਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਉਹ ਲਿਖੀਆਂ ਨੇਗੀਆਂ। ਤੇ ਆਪਣੇ ਪਿੰਡ ਦੀ ਕਿਤਾਬ ਬਾਰੇ ਦੱਸ ਕੇ ਗਏ ਨੇਗੇ ਆਪਣਾ ਪਿੰਡ ਸਾਹਿਬ। ਮਤਲਬ ਮੇਰੇ ਕਹਿਣ ਦਾ ਵੀ ਉਹ ਸਾਡੀ ਸ਼ਖਸੀਅਤ ਜਿਹੜੀ ਸਾਡੇ ਇਲਾਕੇ ਦਾ ਬੰਦਾ ਹੋਵੇ, ਜ਼ਿੰਦਗੀ ਵਿੱਚ ਬੈਠਾ ਹੋਵੇ, ਸਾਡਾ ਫਰਜ਼ ਬਣਦਾ ਉਹਨੇ ਆਪਣਾ ਵੱਡਾ ਸਥਾਨ ਬਣਾਇਆ ਹੋਵੇ ਵੀ ਉਹਦਾ ਮਾਣ ਸਤਿਕਾਰ ਕਰੀਏ ਇੱਥੇ ਬੁਲਾ ਕੇ। ਤੇ ਇਹਨਾਂ ਨੇ ਹਫ਼ਤਾ ਮਤਲਬ 5-7 ਦਿਨ ਹੋਏ ਨੇ ਇਹਨਾਂ ਦਾ ਪ੍ਰੋਗਰਾਮ ਬਣਿਆ ਸੀ। ਇਹ ਕਹਿੰਦੇ ਵੀ ਮੈਂ 2 ਦਿਨ ਵਾਸਤੇ ਆ ਰਿਹਾ ਬਾਰ ਤੇ ਐਤਵਾਰ ਨੂੰ ਮੈਂ ਆਊਂਗਾ, ਐਤਵਾਰ ਨੂੰ ਮੈਂ ਜਾਊਂਗਾ ਤੇ ਵੀ ਤੁਸੀਂ ਦੇਖ ਲਓ ਵੀ ਕਿਵੇਂ ਕਰਨਾ। ਤੁਸੀਂ ਕਹਿੰਦੇ ਸੀਗੇ ਪ੍ਰੋਗਰਾਮ ਕਰਨ ਵਾਸਤੇ। ਕੱਲ੍ਹ ਨੂੰ ਓਮ ਪ੍ਰਕਾਸ਼ ਦਾਸੋ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈਗਾ। ਉਹ ਕਾਫੀ ਵੱਡੀ ਉਮਰ ਦੇ ਹੋ ਗਏ, 90 ਸਾਲ ਤੋਂ ਉੱਪਰ ਹੋ ਗਏ ਉਹ। ਉਹਨਾਂ ਦੇ ਪਰਿਵਾਰ ਵੱਲੋਂ ਮਨਾਇਆ ਜਾ ਰਿਹਾ, ਮੈਨੂੰ ਉੱਥੇ ਬੁਲਾਇਆ ਹੋਇਆ। ਤੇ ਮੇਰਾ ਕਿਉਂਕਿ ਮੈਂ ਪਹਿਲਾਂ ਕਹਿ ਚੁੱਕਿਆ ਸੀ ਉਹਨਾਂ ਨੂੰ ਵੀ ਮੈਂ ਆਊਂਗਾ, ਅਸੀਂ ਆਵਾਂਗੇ ਇੱਥੋਂ। ਤੇ ਇਸ ਕਰਕੇ ਮੈਂ ਇਹਨਾਂ ਨੂੰ ਦੱਸਿਆ ਵੀ ਐਤਵਾਰ ਮੇਰਾ ਵਿਹਲਾ ਨਹੀਂ ਹੈਗਾ। ਇਹ ਕਹਿੰਦੇ ਫਿਰ ਦੇਖ ਲਓ। ਫਿਰ ਅਸੀਂ ਸੋਚਿਆ, ਸਾਨੂੰ ਇਹ ਪਤਾ ਨਹੀਂ ਹੈਗਾ ਸੀਗਾ ਵੀ ਅੱਜ ਛੁੱਟੀ ਹੁੰਦੀ ਹੈ, ਕਿਉਂਕਿ ਚੌਥੇ ਐਤਵਾਰ ਛੁੱਟੀ ਹੋਣ ਲੱਗੀ ਸੀ ਇੱਕ ਵਾਰੀ ਸਕੂਲਾਂ ਨੂੰ, ਹੁਣ ਦੂਜੇ ਐਤਵਾਰ ਵੀ ਹੁੰਦੀ ਹੈ, ਦੂਜੇ ਸ਼ਨੀਵਾਰ। ਮਤਲਬ ਮੇਰੇ ਕਹਿਣ ਦਾ ਕੋਈ ਨਾ ਹੋਣ ਕਰਕੇ ਅਸੀਂ ਇਹ ਪ੍ਰੋਗਰਾਮ ਸ਼ਾਮ ਦਾ ਇਸ ਕਰਕੇ ਰੱਖਿਆ ਸੀਗਾ। ਤੇ ਚਲੋ ਫਿਰ ਵੀ ਤੁਸੀਂ ਸਾਰੇ ਆਏ ਹੋਗੇ, ਬਹੁਤ ਹੀ ਜ਼ਿੰਮੇਵਾਰ ਨਿੱਠਤਾ ਨਾਲ ਸਾਡੇ 'ਚ ਇਸ ਸਮਾਨ ਨੂੰ ਕਵਰ ਕਰਨ ਵਾਸਤੇ ਸੁਰਿੰਦਰਪਾਲ ਕੌਰ ਤੇ ਭੈਣ ਤੇ ਸਾਡੇ ਰਸੀਆ ਜੀ ਗੁਰਜਿੰਦਰ ਰਸੀਆ ਜੀ ਘਨੌਰੇ ਤੋਂ ਆਏ ਨੇ। ਬਾਕੀ ਸਾਰੀਆਂ ਸ਼ਖਸੀਅਤਾਂ ਮਲੇਰਕੋਟਲੇ ਵਾਲੇ ਸਾਥੀ ਵੀ ਆਏ ਨੇ। ਤੁਸੀਂ ਸਾਰੇ ਜੋ ਗੁਰਜਿੰਦਰ ਦੇ ਦੋਸਤ ਹੋਗੇ ਸਾਰੇ ਆਏ ਨੇ। ਸਾਡੇ ਲੋਕੇ ਸਾਹਿਬ ਵੀ ਆਏ ਨੇ, ਗਜ਼ਲਕਾਰ, ਜਿਨ੍ਹਾਂ ਨੇ ਗਜ਼ਲ ਦੇ ਖੇਤਰ ਦੇ ਵਿੱਚ ਆਪਣਾ ਵਧੀਆ ਨਾਮ ਸਥਾਪਿਤ ਕੀਤਾ ਹੋਇਆ। ਤੇ ਇਹਨਾਂ ਨੇ ਪਹਿਲਾਂ ਅਸੀਂ ਪ੍ਰੋਗਰਾਮ ਕਰਾਇਆ ਸੀ, ਇਹਨਾਂ ਦਾ ਸਭ ਤੋਂ ਪਹਿਲਾਂ ਸਹਿ ਸਭਾ ਵੱਲੋਂ ਇੱਥੇ ਇਹਨਾਂ ਦੀਆਂ ਬੋਤਲਾਂ ਬੁਲਾ ਕੇ ਬੋਤਲਾਂ ਦੇ ਵਿੱਚ ਲਿਖਿਆ ਸੀਗਾ ਅਸੀਂ। ਅਤੇ ਸਾਨੂੰ ਉਦੋਂ ਪਤਾ ਲੱਗਿਆ ਸੀ ਵੀ ਬੋਤਲਾਂ ਦੇ ਵਿੱਚ ਵੀ ਲਿਖਣ ਦਾ ਬੜੇ ਕਾਰੀਗਰ ਇੱਥੇ ਹੈਗੇ ਨੇਗੇ। ਉਸ ਤੋਂ ਬਾਅਦ ਉਹਦਾ ਕਾਰੋਬਾਰ ਅੱਗੇ ਵੱਧਦਾ ਗਿਆ। ਸੁਖਦੇਵ ਸ਼ਰਮਾ ਜੀ ਜਿਹੜੀ ਤੱਕ ਤੁਸੀਂ ਜਾਣਦੇ ਹੋਗੇ, ਕੇਂਦਰੀ ਸਭਾ ਦੇ ਕੇਂਦਰੀ ਸਭਾ ਦੇ ਨਾਲ ਵੀ ਆਪਣੀ ਸਭਾ ਦੀ ਜਦੋਂ ਦਿੱਤੀ ਜਾਂਦੀ ਸੈਕਟਰੀ ਜਿਹੜੀ ਇਹਨਾਂ ਦੇ ਆਪਣੇ ਵੀ ਵਧੇਵੇ ਨੇ, ਪਰ ਉਸ ਅੱਜ ਵੀ ਇਹਨਾਂ ਦਾ ਵੱਡਾ ਵਧੇਵਾ ਸੀਗਾ ਕੋਈ ਉਹਦੇ ਚੋਂ ਨਿਕਲ ਕੇ ਆਏ। ਮਤਲਬ ਮੇਰਾ ਕਹਿਣ ਦਾ ਵੀ ਆਪਾਂ ਅੱਜ ਇਹਨਾਂ ਦੇ ਸਵਾਗਤ ਵਾਸਤੇ ਇਕੱਠੇ ਹੋਏ ਹਾਂ, ਇਹਨਾਂ ਦਾ ਰੂਬਰੂ ਕਰਨਾ ਆਪਾਂ ਨੇ। ਤੇ ਮੈਂ ਕਹਿੰਦਾ ਰੂਬਰੂ ਪਹਿਲੇ ਕਰਾ ਦਿੰਦੀ। ਮੈਂ ਚਾਹਾਂਗਾ ਵੀ ਇਹਦੇ ਕੱਲ੍ਹ ਹੀ ਗੁਰਦਿਆਲ ਸਿੰਘ ਸ਼ੌਂਕੀ ਦੀ ਕਿਤਾਬ ਦਾ ਸੁਨੇਹਾ ਆ ਗਿਆ ਬਈ ਕਿ ਤੁਹਾਡੀ ਕਿਤਾਬ ਛੱਡ ਕੇ ਆ ਗਈ। ਪਰਸੋਂ ਆਇਆ ਸੀ, ਇਹ ਕਹਿੰਦੇ ਪਰਸੋਂ ਸੁਨੇਹਾ ਆਇਆ ਸੀ ਸ਼ਾਮ ਨੂੰ ਵੀ ਤੁਹਾਡੀ ਕਿਤਾਬ ਛੱਡ ਕੇ ਆ ਗਈ। ਕਵਿਤਾ ਦੀ ਯਾਦ ਨੂੰ ਵੀ ਅਸੀਂ ਕਹਿੰਦੇ ਵੀ ਆਪਾਂ ਕੱਲ੍ਹ ਅੱਜ ਸਵੇਰੇ ਕਹਿੰਦੇ ਵੀ ਜੇ ਆਪਾਂ ਇਹਨੂੰ ਆਪਣੀ ਰਿਲੀਜ਼ ਕਰਨੀ, ਮੈਂ ਕਿਹਾ ਵੀ ਦੇਖ ਲਓ ਲੀਕ ਤਾਂ ਕਰਨੀ ਹੈ ਕਿ ਲੋਕ ਅਰਪਣ ਤਾਂ ਕਰਨੀ ਹੈ ਆਪਾਂ ਨੇ, ਤੁਸੀਂ ਦੇਖ ਲਓ ਵੀ ਕਰਨਾ। ਇਹ ਕਹਿੰਦੇ ਵੀ ਚਲੋ ਅੱਜ ਇਹਦਾ ਵੀ ਆਪਾਂ ਅਸੀਂ ਸਮਾਂ ਵੀ ਕਰ ਲੈਂਦੇ ਹਾਂ ਵਿੱਚ ਹੀ। ਇਹ ਆਪਾਂ ਕਰ ਲਿਆ ਸਾਰਿਆਂ ਨੇ, ਆਪਾਂ ਕਰ ਲਵਾਂਗੇ। ਤੇ ਮੇਰੀ ਬੇਨਤੀ ਹੈਗੀ ਵੀ ਸਭ ਤੋਂ ਪਹਿਲਾਂ ਕਿਤਾਬਾਂ ਨਹੀਂ